ਗੁਰੂ ਰਾਮਦਾਸ ਜੀ ਨੇ ਆਪਣੇ ਸਭ ਤੋਂ ਛੋਟੇ ਸਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲੀ, ਜਿਹੜੇ ਕਿ 18 ਵਰ੍ਹਿਆਂ ਦੇ ਸਨ। ਉਹਨਾਂ ਦੇ ਸਮੇਂ ਅੰਮ੍ਰਿਤਸਰ ਸ਼ਹਿਰ ਦਾ ਕੋਈ ਹੋਰ ਵਿਕਾਸ ਅਤੇ ਪ੍ਰਸਿੱਧੀ ਹੋਈ। ਉਹਨਾਂ ਨੇ ਅੰਮ੍ਰਿਤਸਰ ਸਰੋਵਰ ਨੂੰ ਸੰਪੂਰਨ ਕੀਤਾ। ਇਸ ਸਰੋਵਰ ਦੇ ਵਿਚਕਾਰ ਉਹਨਾਂ ਸਿੱਖ ਕੌਮ ਦਾ ਕੇਂਦਰੀ ਧਰਮ ਅਸਥਾਨ ਸ੍ਰੀ ਦਰਬਾਰ ਸਾਹਿਬ ਬਣਾਇਆ, ਜਿਸ ਨੂੰ ਹਰਿਮੰਦਰ ਸਾਹਿਬ ਵੀ ਆਖਦੇ ਹਨ। ਪ੍ਰਾਚੀਨ ਧਰਮ ਮੰਦਰਾਂ ਦਾ ਕੇਵਲ ਇੱਕ ਦਰਵਾਜ਼ਾ ਹੁੰਦਾ ਸੀ, ਪਰ ਸ੍ਰੀ ਦਰਬਾਰ ਸਾਹਿਬ ਦੇ 4 ਦਰਵਾਜ਼ੇ ਰੱਖੇ ਗਏ, ਜਿਸ ਦਾ ਭਾਵ ਸੀ ਕਿ ਇਹ ਧਰਮ ਅਸਥਾਨ ਚਾਰੋਂ ਦਿਸ਼ਾਵਾਂ ਦੇ ਲੋਕਾਂ ਲਈ ਖੁੱਲ੍ਹਾ ਹੈ। ਇੱਥੇ ਅੱਜ ਵੀ ਦਿਨ ਰਾਤ ਕੀਰਤਨ ਦੇ ਰੂਪ ਵਿੱਚ ਪ੍ਰਭੂ ਦੀ ਉਸਤਤ ਹੁੰਦੀ ਰਹਿੰਦੀ ਹੈ। ਇਹ ਗੱਲ ਵੀ ਗੁਰੂ ਅਰਜਨ ਦੇਵ ਜੀ ਦੇ ਹਿੱਸੇ ਆਈ ਸੀ ਕਿ ਉਹ ਸਿੱਖ ਸਮਾਜ ਦਾ ਧਰਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਿਆਰ ਕਰਨ ਤੇ ਉਹਨਾਂ ਦਾ ਪ੍ਰਕਾਸ਼ ਦਰਬਾਰ ਸਾਹਿਬ ਵਿਖੇ ਕਰਨ। ਉਹਨਾਂ ਨੇ ਪਹਿਲੇ ਸਤਿਗੁਰਾਂ ਤੋਂ ਪ੍ਰਾਪਤ ਹੋਈ ਉਹਨਾਂ ਗੁਰੂ ਸਾਹਿਬਾਨਾਂ ਅਤੇ ਭਗਤਾਂ ਦੀ ਬਾਣੀ, ਆਪ ਰਚੀ ਬਾਣੀ, 11 ਭੱਟਾਂ ਅਤੇ 3 ਗੁਰਸਿੱਖਾਂ ਦੀ ਬਾਣੀ ਦੀ ਸੰਪਾਦਨਾ ਕਰਕੇ ਉਸ ਨੂੰ ਗੁਰੂ ਗ੍ਰੰਥ ਸਾਹਿਬ ਦਾ ਰੂਪ ਦਿੱਤਾ। ਇਹ ਗ੍ਰੰਥ ਜਿੱਥੇ ਵਿਸ਼ਾ ਵਸਤੂ ਦੇ ਪੱਖੋਂ ਮਹਾਨ ਵਿਸ਼ੇਸ਼ਤਾ ਵਾਲਾ ਹੈ, ਉੱਥੇ ਇਸ ਦੀ ਬਾਣੀ ਸਾਹਿਤਿਕ ਗੁਣਾਂ ਨਾਲ ਵੀ ਭਰਪੂਰ ਹੈ। ਅੱਜ ਦੁਨੀਆ ਭਰ ਦੇ ਵਿਦਵਾਨ ਇਸ ਦੀ ਵਿਚਾਰਧਾਰਕ ਅਤੇ ਸਾਹਿਤਕ ਉੱਚਤਾ ਅੱਗੇ ਸਿਰ ਨਿਵਾਉਂਦੇ ਹਨ। ਗੁਰੂ ਅਰਜਨ ਦੇਵ ਜੀ ਨੇ ਮਾਝੇ ਵਿੱਚ, ਤਰਨਤਾਰਨ ਅਤੇ ਦੁਆਬੇ ਵਿੱਚ ਕਰਤਾਰਪੁਰ, ਜ਼ਿਲ੍ਹਾ ਜਲੰਧਰ ਸ਼ਹਿਰ ਵੀ ਵਸਾਏ। ਇਸ ਤੋਂ ਸਿਵਾ ਜ਼ਿਲ੍ਹਾ ਗੁਰਦਾਸਪੁਰ ਦੀ ਬਟਾਲਾ ਤਹਿਸੀਲ ਵਿੱਚ ਸ੍ਰੀ ਗੋਬਿੰਦਪੁਰ ਨਾਮ ਦੇ ਸ਼ਹਿਰ ਦੀ ਨੀਂਹ ਵੀ ਰੱਖੀ, ਪਰ ਹੋਰ ਰੁਝੇਵਿਆਂ ਕਾਰਨ ਇਸ ਨੂੰ ਵਸਾਉਣ ਵੱਲ ਧਿਆਨ ਨਾ ਦੇ ਸਕੇ। ਮਗਰੋਂ ਜਾ ਕੇ ਇਹ ਸ਼ਹਿਰ ਸ੍ਰੀ ਹਰਗੋਬਿੰਦਪੁਰ ਦੇ ਨਾਮ ਨਾਲ ਪ੍ਰਸਿੱਧ ਹੋਇਆ। ਨਵੇਂ ਨਗਰ, ਜਿੱਥੇ ਧਰਮ ਪ੍ਰਚਾਰ ਦੇ ਕੇਂਦਰ ਸਨ, ਉੱਥੇ ਇਹਨਾਂ ਤੋਂ ਸਿੱਖ ਸੱਭਿਆਚਾਰ ਦੀ ਝਲਕ ਵੀ ਮਿਲਦੀ ਸੀ ਅਤੇ ਇਹ ਸਿੱਖਾਂ ਵਿੱਚ ਉਤਸ਼ਾਹ ਅਤੇ ਏਕਤਾ ਦ੍ਰਿੜ ਕਰਦੇ ਸਨ। ਗੁਰੂ ਸਾਹਿਬ ਨੇ ਆਰਥਿਕ ਸੁਧਾਰ ਲਈ ਵਿਸ਼ੇਸ਼ ਯਤਨ ਕੀਤੇ, ਜੋ ਕਿ ਦਸਵੰਧ ਦੀ ਪ੍ਰਥਾ ਜਾਰੀ ਕਰਨੀ, ਸਿੱਖਾਂ ਨੂੰ ਘੋੜਿਆਂ ਦੇ ਵਪਾਰ ਲਈ ਕਾਬਲ ਕੰਧਾਰ ਵਿੱਚ ਭੇਜਣਾ ਅਤੇ ਅੰਮ੍ਰਿਤਸਰ ਸ਼ਹਿਰ ਵਿੱਚ ਬਾਜ਼ਾਰ ਬਣਾਉਣੇ। ਗੁਰੂ ਸਾਹਿਬ ਨੇ 11 ਸਾਲ 1590 ਤੋਂ 1601 ਤੱਕ ਲਗਾਤਾਰ ਧਰਮ ਪ੍ਰਚਾਰ ਅਤੇ ਲੋਕ ਭਲਾਈ ਦੇ ਕਾਰਜਾਂ ਵਿੱਚ ਲਗਾਏ। ਇਸ ਸਮੇਂ ਵਿੱਚ ਹੀ ਜ਼ਬਰਦਸਤ ਕਾਲ ਪਿਆ। ਆਪ ਨੇ ਖੂਹ ਲਗਵਾਏ, ਲੰਗਰ ਲਗਾਏ, ਦਵਾਈਆਂ ਅਤੇ ਵਸਤਰਾਂ ਨਾਲ ਕਾਲ ਪੀੜਤਾਂ ਦੀ ਸਹਾਇਤਾ ਕੀਤੀ। ਕਾਲ ਕਾਰਨ ਲਾਹੌਰ ਵਿੱਚ ਭਿਆਨਕ ਬਿਮਾਰੀਆਂ ਫੈਲ ਗਈਆਂ। ਰੋਜ਼ ਸੈਂਕੜੇ ਮੌਤਾਂ ਹੋਣ ਲੱਗੀਆਂ। ਆਪ ਪਰਿਵਾਰ ਅਤੇ ਸਿੱਖਾਂ ਸਮੇਤ 8 ਮਹੀਨੇ ਲਾਹੌਰ ਰਹੇ। ਰੋਗੀਆਂ ਦੀ ਸੇਵਾ ਕੀਤੀ, ਮ੍ਰਿਤਕਾਂ ਨੂੰ ਚੁੱਕ ਕੇ ਲਾਹੌਰ ਤੋਂ ਬਾਹਰ ਲਿਆਂਦਾ ਤੇ ਲਾਸ਼ਾਂ ਦਾ ਨਿਪਟਾਰਾ ਕੀਤਾ। ਬਾਦਸ਼ਾਹ ਅਕਬਰ ਅਤੇ ਈਸਾਈ ਮਿਸ਼ਨਰੀ ਵੀ ਆਏ। ਵਾਪਸੀ ਤੇ ਅਕਬਰ ਗੋਇੰਦਵਾਲ ਆਇਆ। ਗੁਰੂ ਜੀ ਨੇ ਉਸ ਤੋਂ ਕਿਸਾਨਾਂ ਦਾ ਮਾਮਲਾ, ਜਾਣੀ ਕਿ ਟੈਕਸ, ਮਾਫ ਕਰਵਾਇਆ। ਗੁਰੂ ਅਰਜਨ ਦੇਵ ਜੀ ਅਤੇ ਪਹਿਲੇ ਸਤਿਗੁਰਾਂ ਦੇ ਯਤਨਾਂ ਸਦਕਾ ਸਿੱਖ ਲਹਿਰ ਆਪਣੇ ਭਰ-ਜੋਬਨ ਤੇ ਪਹੁੰਚ ਗਈ। ਸਿੱਖ ਹਿੰਦੁਸਤਾਨ ਦੇ ਸਭ ਤੋਂ ਵੱਡੇ ਸ਼ਹਿਰਾਂ ਅਤੇ ਅਫਗਾਨਿਸਤਾਨ ਵਿੱਚ ਵੀ ਨਜ਼ਰ ਆਉਣ ਲੱਗੇ। ਸੰਨ 1605 ਵਿੱਚ ਅਕਬਰ ਦੀ ਮੌਤ ਹੋ ਗਈ। ਜਹਾਂਗੀਰ ਬਾਦਸ਼ਾਹ ਬਣਿਆ। ਉਹ ਸ਼ੇਖ ਅਹਿਮਦ ਸਰਹੰਦੀ ਅਤੇ ਮੁਰਤਜ਼ਾ ਖਾਨ ਸ਼ੇਖ ਫਰੀਦ ਬੁਖਾਰੀ ਦੇ ਪ੍ਰਭਾਵ ਥੱਲੇ ਆ ਗਿਆ, ਜੋ ਰਾਜਨੀਤਿਕ ਸ਼ਕਤੀ ਦੇ ਸਹਾਰੇ ਇਸਲਾਮ ਦਾ ਪ੍ਰਚਾਰ ਪ੍ਰਸਾਰਣ ਕਰਨਾ ਚਾਹੁੰਦੇ ਸਨ। ਉਹਨਾਂ ਨੇ ਜਹਾਂਗੀਰ ਅੱਗੇ ਸਿੱਖ ਲਹਿਰ ਨੂੰ ਹਊਆ ਬਣਾ ਕੇ ਪੇਸ਼ ਕੀਤਾ ਅਤੇ ਸਿੱਖ ਲਹਿਰ ਨੂੰ ਕੁਚਲਣ ਦਾ ਸੁਝਾਅ ਦਿੱਤਾ। ਜਹਾਂਗੀਰ ਦੇ ਮਨ ਵਿੱਚ ਨਫ਼ਰਤ ਭਰ ਗਈ, ਜਿਸ ਦਾ ਜ਼ਿਕਰ ਉਸਨੇ ਆਪਣੀ ਸਵੈ ਜੀਵਨੀ ਤੁਜ਼ਕ-ਏ-ਜਹਾਂਗੀਰੀ ਵਿੱਚ ਵੀ ਕੀਤਾ ਹੈ। ਗੁਰੂ ਜੀ ਅਤੇ ਖੁਸਰੋ, ਜੋ ਕਿ ਜਹਾਂਗੀਰ ਦਾ ਪੁੱਤਰ ਸੀ, ਦੀ ਬਗਾਵਤ ਵਿੱਚ ਸਹਾਇਤਾ ਕਰਨ ਦਾ ਝੂਠਾ ਦੋਸ਼ ਲਾ ਕੇ ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ। ਉਹਨਾਂ ਨੂੰ ਗਰਮ ਪਾਣੀ ਵਿੱਚ ਉਬਾਲਣ, ਤੱਤੀ ਤਵੀ ਤੇ ਬਿਠਾਉਣ ਅਤੇ ਸਰੀਰ ਤੇ ਗਰਮ ਰੇਤ ਪਾਉਣ ਦੇ ਤਸੀਹੇ ਦਿੱਤੇ ਗਏ। ਜਦ ਗੁਰੂ ਜੀ ਨੇ ਸਰਕਾਰ ਦੀ ਈਨ ਨਾ ਮੰਨੀ ਤਾਂ ਉਹਨਾਂ ਨੂੰ 30 ਮਈ ਸੰਨ 1606 ਵਾਲੇ ਦਿਨ ਰਾਵੀ ਨਦੀ ਵਿੱਚ ਰੋੜ ਦਿੱਤਾ ਗਿਆ। ਇੰਜ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੀ ਖਾਤਰ ਸ਼ਹੀਦ ਹੋ ਗਏ।
ਉਹ ਸਿੱਖ ਧਰਮ ਦੇ ਪਹਿਲੇ ਸ਼ਹੀਦ ਸਨ। ਗੁਰੂ ਹਰਗੋਬਿੰਦ ਜੀ ਆਪਣੀ ਗ੍ਰਿਫਤਾਰੀ ਤੋਂ ਪਹਿਲਾਂ ਹੀ ਗੁਰੂ ਅਰਜਨ ਦੇਵ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਆਪਣੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਨੂੰ ਸੌਂਪ ਦਿੱਤੀ। ਗੁਰੂ ਹਰਗੋਬਿੰਦ ਸਾਹਿਬ ਨੇ ਇਹ ਸਮਝ ਲਿਆ ਕਿ ਜ਼ਾਲਮ ਹਾਕਮ ਇੰਨੇ ਨਿਰਦਈ ਹੋ ਗਏ ਹਨ ਕਿ ਸਿੱਖ ਲਹਿਰ ਨੂੰ ਬਚਾਉਣ ਲਈ ਹਥਿਆਰਬੰਦ ਸੰਘਰਸ਼ ਸਮੇਂ ਦੀ ਲੋੜ ਬਣ ਗਿਆ ਹੈ। ਇਸ ਲਈ ਆਪ ਨੇ ਗੁਰਗੱਦੀ ਤੇ ਬੈਠਦਿਆਂ ਹੀ ਮੀਰੀ ਸੰਸਾਰਿਕ ਪ੍ਰਭੁਤਾ ਅਤੇ ਪੀਰੀ ਅਧਿਆਤਮਿਕ ਪ੍ਰਭੁਤਾ ਦੀਆਂ ਦੋ ਤਲਵਾਰਾਂ ਪਹਿਨੀਆਂ। ਉਹਨਾਂ ਨੇ ਸਿੱਖਾਂ ਨੂੰ ਹਥਿਆਰ ਅਤੇ ਘੋੜੇ ਆਦਿ ਦੀਆਂ ਭੇਟਾਵਾਂ ਲਿਆਉਣ ਲਈ ਹੁਕਮਨਾਮੇ ਭੇਜੇ। ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਸਿੱਖ ਸ਼ਕਤੀ ਦੇ ਕੇਂਦਰ ਸ੍ਰੀ ਅਕਾਲ ਤਖਤ ਦੀ ਰਚਨਾ ਕੀਤੀ, ਜਿਸ ਦੇ ਅੱਗੇ ਭਗਤੀ ਅਤੇ ਸ਼ਕਤੀ ਦੇ ਪ੍ਰਤੀਕ ਦੋ ਨਿਸ਼ਾਨ ਸਾਹਿਬ ਸਥਾਪਿਤ ਕੀਤੇ। ਅੰਮ੍ਰਿਤਸਰ ਵਿੱਚ ਲੋਹਗੜ੍ਹ ਨਾਮ ਦਾ ਕਿਲਾ ਸਥਾਪਿਤ ਕੀਤਾ ਅਤੇ ਸੁਰੱਖਿਆ ਲਈ ਸ਼ਹਿਰ ਦੇ ਦੁਆਲੇ ਕੰਧ ਬਣਵਾਈ। ਸਿੱਖਾਂ ਵਿੱਚ ਵੀਰਤਾ ਦਾ ਸੰਚਾਰ ਕਰਨ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਅਕਾਲ ਤਖਤ ਤੇ ਦੀਵਾਨ ਸਜਾਉਣ ਲੱਗੇ। ਆਪ ਤਖਤ ਤੇ ਮੀਰੀ ਤੇ ਪੀਰੀ ਦੀਆਂ ਕਿਰਪਾਨਾਂ ਧਾਰਨ ਕਰਕੇ ਬੈਠਦੇ। ਗੁਰਬਾਣੀ ਕੀਰਤਨ ਦੇ ਨਾਲ-ਨਾਲ ਢਾਡੀ ਸੂਰਮਿਆਂ ਦੀਆਂ ਵਾਰਾਂ ਗਾਉਂਦੇ। ਅਕਾਲ ਤਖਤ ਦੇ ਸਾਹਮਣੇ ਖੁੱਲ੍ਹੇ ਮੈਦਾਨ ਵਿੱਚ ਖੇਡਾਂ ਹੁੰਦੀਆਂ ਅਤੇ ਸ਼ਸਤਰਾਂ ਦੇ ਅਭਿਆਸ ਕਰਾਏ ਜਾਂਦੇ। ਦੁਪਹਿਰ ਮਗਰੋਂ ਗੁਰੂ ਸਾਹਿਬ ਸਿੱਖਾਂ ਸਮੇਤ ਸ਼ਿਕਾਰ ਲਈ ਨਿਕਲਦੇ ਤਾਂ ਨਗਾਰਾ ਵਜਾਇਆ ਜਾਂਦਾ। ਅਕਾਲ ਤਖਤ ਵਿਖੇ ਲੋਕਾਂ ਦੇ ਝਗੜਿਆਂ ਦਾ ਨਿਪਟਾਰਾ ਵੀ ਕੀਤਾ ਜਾਂਦਾ। ਇੱਥੇ ਹੀ ਰਾਜੇ ਰਜਵਾੜੇ ਆ ਕੇ ਗੁਰੂ ਜੀ ਨਾਲ ਮੁਲਾਕਾਤਾਂ ਕਰਦੇ। ਹੌਲੀ-ਹੌਲੀ ਸਿੱਖ ਫੌਜ ਵੀ ਹੋਂਦ ਵਿੱਚ ਆ ਗਈ। ਲਾਹੌਰ ਦਰਬਾਰ ਵਿਚਲੇ ਈਰਖਾਲੂਆਂ ਨੇ ਜਹਾਂਗੀਰ ਨੂੰ ਗੁਰੂ ਸਾਹਿਬ ਦੀਆਂ ਸਰਗਰਮੀਆਂ ਤੋਂ ਖਬਰਦਾਰ ਕੀਤਾ। ਉਸਨੇ ਗੁਰੂ ਜੀ ਨੂੰ ਆਗਰੇ ਬੁਲਾਇਆ ਅਤੇ ਗ੍ਰਿਫਤਾਰ ਕਰਕੇ ਮੱਧ ਪ੍ਰਦੇਸ਼ ਵਿੱਚ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ। ਇਹ ਘਟਨਾ ਸੰਨ 1610 ਵਿੱਚ ਹੋਈ। ਭਾਵੇਂ ਕਿ ਗੁਰੂ ਜੀ ਨੂੰ 12 ਸਾਲਾਂ ਲਈ ਕੈਦ ਕੀਤਾ ਗਿਆ ਸੀ, ਪਰ ਉਹਨਾਂ ਨੂੰ ਲਗਭਗ 2 ਸਾਲਾਂ ਵਿੱਚ ਹੀ ਰਿਹਾ ਕਰ ਦਿੱਤਾ ਗਿਆ। ਆਪ ਜੀ ਨੇ ਕਈ ਪਹਾੜੀ ਰਾਜਿਆਂ ਨੂੰ ਵੀ ਰਿਹਾ ਕਰਵਾਇਆ, ਜਿਸ ਕਰਕੇ ਆਪ ਨੂੰ ਬੰਦੀ ਛੋੜ ਦਾਤਾ ਕਰਕੇ ਪ੍ਰਸਿੱਧ ਹੋਏ। ਪੰਜਾਬ ਵਿੱਚ ਆ ਕੇ ਆਪ ਨੇ ਧਰਮ ਪ੍ਰਚਾਰ ਲਈ ਯਤਨ ਕੀਤੇ। ਆਪ ਨੇ ਦੁਆਬਾ, ਮਾਝਾ, ਮਾਲਵਾ ਦੇ ਪਿੰਡਾਂ ਵਿੱਚ ਜਾ ਕੇ ਗੁਰਮਤਿ ਦਾ ਸੰਦੇਸ਼ ਦਿੱਤਾ। ਆਪ ਜੀ ਨੇ ਕਸ਼ਮੀਰ ਦੀ ਯਾਤਰਾ ਵੀ ਕੀਤੀ ਅਤੇ ਗਿਲਟੀ ਤਾਪ ਨਾਲ ਪੀੜਤ ਲੋਕਾਂ ਦੀ ਦਵਾ ਦਾਰੂ, ਵਸਤਾਂ ਤੇ ਧਨ ਨਾਲ ਸਹਾਇਤਾ ਕੀਤੀ। ਇਸ ਪ੍ਰਚਾਰ ਯਾਤਰਾ ਸਮੇਂ ਆਪ ਸਿਆਲਕੋਟ, ਸ੍ਰੀਨਗਰ, ਬਾਰਾਮੂਲਾ, ਹਸਨ ਅਬਦਾਲ ਵਿਖੇ ਗਏ। ਆਪ ਗੁਜਰਾਤ ਦੇ ਇਲਾਕੇ ਵਿੱਚ ਗਏ। ਉੱਥੇ ਉਹਨਾਂ ਦੀ ਸ਼ਾਹ ਦੌਲਾ ਨਾਂ ਦੇ ਫਕੀਰ ਨਾਲ ਮੁਲਾਕਾਤ ਹੋਈ। ਉਸ ਦੇ ਇੱਕ ਚੇਲੇ ਜਹਾਂਗੀਰ ਦੇ ਸਵਾਲ ਦੇ ਜਵਾਬ ਵਿੱਚ ਆਪ ਨੇ ਕਿਹਾ, ਮੀਰੀ ਸ਼ਾਹੀ ਠਾਠ ਤੇ ਪੀਰੀ ਧਾਰਮਿਕ ਅਗਵਾਈ ਪ੍ਰਭੂ ਦੀਆਂ ਦਾਤਾਂ ਹਨ। ਪਤਨੀ ਔਰਤ ਸੰਜਮ ਦਾ ਦੂਜਾ ਨਾਮ ਹੈ, ਈਮਾਨ ਦੀ ਰਾਖੀ ਹੈ, ਦੌਲਤ ਗੁਜ਼ਾਰੇ ਵਾਸਤੇ ਹੈ ਅਤੇ ਸੰਤਾਨ ਮੇਲ ਜੋਲ ਦਾ ਢੰਗ ਸਿਖਾਉਂਦੀ ਹੈ। ਮਜ਼ਹਬ ਕੁਰੀਤੀਆਂ ਨੂੰ ਦੂਰ ਕਰਨ ਲਈ ਹੈ ਅਤੇ ਸੰਸਾਰਿਕਤਾ ਵਿੱਚ ਅਧਿਆਤਮਿਕਤਾ ਦਾ ਹੋਣਾ ਪ੍ਰਭੂ ਦੀ ਖੇਡ ਹੈ। ਗੁਜਰਾਤ ਤੋਂ ਆਪ ਹਾਫਿਜ਼ਾਬਾਦ, ਨਨਕਾਣਾ ਸਾਹਿਬ, ਲਾਹੌਰ ਹੁੰਦੇ ਹੋਏ ਅੰਮ੍ਰਿਤਸਰ ਆ ਗਏ। ਜਹਾਂਗੀਰ ਦੇ ਮਗਰੋਂ ਸ਼ਾਹਜਹਾਨ ਫਰਵਰੀ 1628 ਵਿੱਚ ਬਾਦਸ਼ਾਹ ਬਣਿਆ। ਉਸ ਦੇ ਸਮੇਂ ਪੰਜਾਬ, ਲਾਹੌਰ ਦੇ ਹਾਕਮਾਂ ਨੇ ਵੈਰ ਭਾਵਨਾ ਪ੍ਰਗਟਾਉਣੀ ਸ਼ੁਰੂ ਕਰ ਦਿੱਤੀ, ਜਿਸ ਕਰਕੇ ਗੁਰੂ ਸਾਹਿਬ ਨੂੰ ਅੰਮ੍ਰਿਤਸਰ, ਮਹਿਰਾਜ, ਨਥਾਣੇ ਦੀ ਜੂਹ ਵਿੱਚ, ਕਰਤਾਰਪੁਰ, ਪਲਾਹੀ, ਫਗਵਾੜੇ ਨੇੜੇ ਮੁਗਲ ਸੈਨਾ ਨਾਲ ਯੁੱਧ ਕਰਨੇ ਪਏ। ਇਨ੍ਹਾਂ ਤੋਂ ਪਹਿਲਾਂ ਜਹਾਂਗੀਰ ਵੇਲੇ ਰੋਹਿਲੇ ਸ੍ਰੀ ਹਰਗੋਬਿੰਦਪੁਰ ਵਿਖੇ ਵੀ ਇੱਕ ਜੰਗ ਹੋਈ। ਸਭ ਜੰਗਾਂ ਵਿੱਚ ਗੁਰੂ ਸਾਹਿਬ ਨੂੰ ਜਿੱਤ ਪ੍ਰਾਪਤ ਹੋਈ। ਗੁਰੂ ਸਾਹਿਬ ਸੰਨ 1633 ਵਿੱਚ ਉੱਤਰ ਪ੍ਰਦੇਸ਼ ਦੇ ਇਲਾਕਿਆਂ ਵਿੱਚ ਧਰਮ ਪ੍ਰਚਾਰ ਦੇ ਦੌਰੇ ਤੇ ਗਏ। ਪੀਲੀਭੀਤ ਦੇ ਇਲਾਕੇ ਨਾਨਕ ਮਤਾ ਵਿਖੇ ਭਾਈ ਅਲਮਸਤ ਨੇ ਆਪ ਨੂੰ ਬੁਲਾਇਆ ਸੀ। ਵਾਪਸੀ ਤੇ ਆਪ ਬਰੇਲੀ, ਲਕਸਰ, ਰਿਸ਼ੀਕੇਸ਼ ਹੁੰਦੇ ਹੋਏ ਗੜਵਾਲ ਰਿਆਸਤ ਦੀ ਰਾਜਧਾਨੀ ਸ੍ਰੀਨਗਰ ਆਏ। ਉੱਥੇ ਮਹਾਰਾਸ਼ਟਰ ਦੇ ਪ੍ਰਸਿੱਧ ਸੰਤ ਸਮਰੱਥ ਰਾਮਦਾਸ ਨਾਲ ਆਪ ਦਾ ਮੇਲ ਹੋਇਆ। ਉਸਨੇ ਕਿਹਾ, ਹਉ ਸੁਣਿਆ ਥਾ ਗੁरु नानक की गादी पर बैठा है। गुरु नानक त्यागी साधु थे, तुम शस्त्र धारण करे हैं, घोड़े फौज रखी है, सच्चा पातशाह कहावता है, कैसा साधु है।
ਗੁਰੂ ਪਾਤਸ਼ਾਹ ਨੇ ਜਵਾਬ ਦਿੱਤਾ, ਬਾਤਨ ਫਕੀਰੀ ਜ਼ਾਹਿਰ ਅਮੀਰੀ, ਸ਼ਸਤਰ ਗਰੀਬ ਕੀ ਰੱਖਿਆ, ਜਰਵਾਣੇ की पखिया। बाबा नानक संसार नहीं त्याग्या था, माया त्यागी थी। ये सुनदिया ही समर्थ रामदास बोल उठिया, यह हमारे मन भावती है। इस संत ने महाराष्ट्र विच जाके गुरु जी दे विचारां दा प्रचार कीता, जिस करके मरहट्टियां विच आज़ादी दी भावना प्रबल होई। ਉਹ शिवाजी मरहट्टे ਦਾ ਧਾਰਮਿਕ ਆਗੂ ਬਣਿਆ। ਗੁਰੂ ਜੀ ਸ੍ਰੀਨਗਰ ਤੋਂ ਚੱਲ ਕੇ ਹਰਿਦੁਆਰ, ਸਹਾਰਨਪੁਰ, ਜਗਾਦਰੀ, ਕੁਰੂਕਸ਼ੇਤਰ ਹੁੰਦੇ ਹੋਏ ਅੰਮ੍ਰਿਤਸਰ ਪੁੱਜੇ। ਪਲਾਹੀ ਦੀ ਜੰਗ ਮਗਰੋਂ ਆਪ ਮਈ 1635 ਦੇ ਆਰੰਭ ਵਿੱਚ ਕੀਰਤਪੁਰ ਆ ਗਏ, ਜੋ ਆਪ ਦੇ ਹੁਕਮ ਕਰਨ ਤੇ ਆਪ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੇ ਸਨ 1626 ਵਿੱਚ ਵਸਾਇਆ ਸੀ। ਇੱਥੋਂ ਵੀ ਆਪ ਇੱਕ ਧਰਮ ਪ੍ਰਚਾਰ ਫੇਰੀ ਤੇ ਕੁਰੂਕਸ਼ੇਤਰ ਗਏ। ਵਾਪਸੀ ਤੇ ਰੋਪੜ ਦੇ ਨੇੜੇ ਪਿੰਡ ਬ੍ਰਾਹਮਣ ਮਾਜਰਾ ਵਿਖੇ ਪਠਾਣਾਂ ਨੇ ਹਮਲਾ ਕਰ ਦਿੱਤਾ। ਹਮਲਾ ਅਚਾਨਕ ਹੋਇਆ ਸੀ, ਫਿਰ ਵੀ ਆਪ ਜੀ ਜਿੱਤ ਗਏ। ਕੀਰਤਪੁਰ ਨਿਵਾਸ ਸਮੇਂ ਹੀ ਆਪ ਨੇ ਭਾਈ ਅਲਮਸਤ, ਭਾਈ ਬਾਲੂ ਹਸਨਾ, ਭਾਈ ਗੋਂਦਾ ਅਤੇ ਭਾਈ ਫੂਲ ਸ਼ਾਹ ਦੀ ਦੇਖਰੇਖ ਹੇਠ ਧਰਮ ਪ੍ਰਚਾਰ ਦੇ 4 ਵੱਡੇ ਕੇਂਦਰ ਸਥਾਪਿਤ ਕੀਤੇ, ਜਿਨ੍ਹਾਂ ਨੂੰ 4 ਧੂਣੇ ਜਾਂ ਧੂਣੀਆਂ ਕਿਹਾ ਜਾਂਦਾ ਹੈ। ਇੱਥੇ ਹੀ ਆਪ ਸ੍ਰੀ ਹਰਿ ਰਾਏ ਜੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਸੌਂਪ ਕੇ ਸਨ 3 ਮਾਰਚ ਸਨ 1644 ਨੂੰ ਜੋਤੀ ਜੋਤ ਸਮਾ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।